ਹੈਲੋ ਦੋਸਤੋ, ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ, ਜੋ ਕਿ ਜਮਾਤ 12ਵੀਂ ਵਾਲਿਆਂ ਦੇ ਲਈ EVS ਦਾ ਪੇਪਰ ਲੈ ਕੇ ਆ ਚੁੱਕੇ ਹਾਂ। ਸਮਾਂ ਮਿਲੇਗਾ 2 ਘੰਟਿਆਂ ਦਾ, ਮਾਰਕਸ ਹੋਣਗੇ 45। ਹਾਂਜੀ, ਬਹੁ ਚੋਣ ਵਾਲੇ ਸਵਾਲ। ਪਹਿਲਾ, ਹੇਠਾਂ ਦਿੱਤੇ ਵਿੱਚੋਂ ਕਿਹੜਾ ਮਨੁੱਖ ਲਈ ਭੋਜਨ ਦਾ ਸਰੋਤ ਨਹੀਂ ਹੈ? ਹਾਂਜੀ, ਇਹਦਾ ਆਨਸਰ ਆ ਜਾਏਗਾ ਸੀ, ਘੋੜਾ। ਦੂਜਾ, ਵਿਕਾਸ ਦਾ ਮਤਲਬ ਹੈ। ਹਾਂਜੀ, ਇਹਦਾ ਆ ਜਾਏਗਾ ਏ, ਅੱਗੇ ਵਧਣਾ। ਤੀਜਾ ਕੁਐਸਚਨ ਹੈ, ਗੈਰ ਨਿਵਾਣਯੋਗ ਸਰੋਤ ਹਨ। ਹਾਂਜੀ, ਤੀਜੇ ਦਾ ਆਨਸਰ ਆ ਜਾਏਗਾ ਕੋਲਾ, ਸੀ ਆਨਸਰ। ਸਿੰਚਾਈ ਦੀਆਂ ਵੱਖ-ਵੱਖ ਕਿਸਮਾਂ ਹਨ। ਹਾਂਜੀ, ਚੌਥੇ ਦਾ ਆਨਸਰ ਆ ਜਾਏਗਾ ਉਪਰੋਕਤ ਸਾਰੇ। ਪੰਜਵਾਂ, ਡੀ ਕੀ ਹੈ? ਹਾਂਜੀ, ਪੰਜਵੇਂ ਦਾ ਆਨਸਰ ਆ ਜਾਏਗਾ ਡੀ। ਛੇਵਾਂ ਕੁਐਸਚਨ, ਬਹੁਤ ਛੋਟੇ ਕਿਸਮ ਦੇ ਸਵਾਲ। ਕਿਸੇ ਵੀ ਦੋ ਸ਼ਾਕਾਹਾਰੀ ਜਾਨਵਰਾਂ ਦੇ ਨਾਮ ਦੱਸੋ। ਹਾਂਜੀ, ਛੇਵੇਂ ਦਾ ਆ ਜਾਏਗਾ, ਪਹਿਲਾ ਦਾ ਆ ਜਾਏਗਾ ਘੋੜਾ। ਦੂਜਾ ਆ ਜਾਏਗਾ ਗਊ। ਹਾਂਜੀ, ਸੱਤਵਾਂ ਕੁਐਸਚਨ ਹੈ, ਵਾਤਾਵਰਨ ਸੰਬੰਧੀ ਜਾਗਰੂਕ ਪੈਦਾ ਕਰਨ ਲਈ ਸਕੂਲਾਂ ਵਿੱਚ ਕਿਹੜੇ ਕਲੱਬ ਬਣਾਏ ਗਏ ਹਨ? ਹਾਂਜੀ, ਇਹਦਾ ਆ ਜਾਏਗਾ ਲਿਖੋ ਕਲੱਬ। ਅੱਠਵਾਂ, GDP ਦਾ ਪੂਰਾ ਨਾਮ। ਹਾਂਜੀ, ਇਹਦਾ ਆ ਜਾਏਗਾ ਨੌਵਾਂ ਕੁਐਸਚਨ ਹੈ, ਕਿਹੜੀ ਫਸਲ ਨੂੰ ਲਗਾਤਾਰ ਪਾਣੀ ਦੀ ਲੋੜ ਹੁੰਦੀ ਹੈ? ਇਹਦਾ ਆਨਸਰ ਆ ਜਾਏਗਾ ਚਾਵਲ। 10ਵਾਂ, CNG ਦਾ ਪੂਰਾ ਨਾਮ। ਇਹਦਾ ਆ ਜਾਏਗਾ ਕੰਟਰੋਲ ਗੈਸ। ਹਾਂਜੀ, ਸਕਰੀਨ ਦੇ ਉੱਤੇ ਲਿਖ ਦਿੱਤਾ, ਤੁਸੀਂ ਇਹਨੂੰ ਸਪੈਲਿੰਗ ਪੜ੍ਹ ਸਕਦੇ ਹੋ। ਜੀ, ਅਗਲਾ ਆ ਗਿਆ ਕੁਐਸਚਨ, ਖਾਲੀ ਥਾਵਾਂ ਭਰੋ। 11ਵਾਂ, ਧਰਤੀ ਦੀ ਸਤ੍ਹਾ ਦਾ ਲਗਭਗ 10% ਪਾਣੀ ਘਿਰਿਆ ਹੋਇਆ ਹੈ। 71%। ਭੋਪਾਲ ਡੈ ਸਾਲ ਤੋਂ ਵਪਾਰੀ 1994 ਤੋਂ 1984। ਇਹਦਾ ਆਨਸਰ ਆਏਗਾ 1984। WWF ਦਾ ਪੂਰਾ ਨਾਮ ਡੈਸ਼ ਹੈ। ਇਹਦਾ ਆ ਜਾਏਗਾ ਵਰਲਡ ਵਾਈਡ ਲਾਈਫ ਫਿਨ। ਹਾਂਜੀ, ਅਗਲਾ 14ਵਾਂ, ਬਣਿਆ ਗੋਬਰ ਡੈਸ਼ ਖਾਦ ਦੀ ਇੱਕ ਕਿਸਮ ਹੈ। ਹਾਂਜੀ, ਇਹਦਾ ਆ ਜਾਏਗਾ ਜੈਵਿਕ ਖਾਦ। ਜੈਵਿਕ ਖਾਦ। 15ਵਾਂ ਕੁਐਸਚਨ, ਇੱਕ ਵਿਅਕਤੀ ਨੂੰ ਰੋਜ਼ਾਨਾ ਡੈਸ਼ ਕੈਲੋਰੀ ਦੀ ਲੋੜ ਹੁੰਦੀ ਹੈ? ਹਾਂਜੀ, ਇਹਦਾ ਆ ਜਾਏਗਾ 2500। ਹਾਂਜੀ, ਅਗਲਾ ਕੁਐਸਚਨ ਹੈ,
ਸਹੀ ਜਾਂ ਗਲਤ ਚੁਣੋ। ਫਲ ਅਤੇ ਜਾਨਵਰ ਵਿਟਾਮਿਨ ਅਤੇ ਖਣਿਜ ਦੇ ਸਰੋਤ ਹਨ। ਹਾਂਜੀ, ਇਹਦਾ ਆ ਜਾਏਗਾ ਸਹੀ। ਆਵਾਜ਼ ਦਾ ਪੱਧਰ dB ਵਿੱਚ ਮਾਪਿਆ ਜਾਂਦਾ ਹੈ। ਇਹਦਾ ਹੋ ਜਾਏਗਾ ਸਹੀ। ਕਾਰਬਨ ਡਾਈਆਕਸਾਈਡ ਇੱਕ ਗ੍ਰੀਨ ਹਾਊਸ ਗੈਸ ਹੈ। ਇਹਦਾ ਆ ਜਾਏਗਾ ਸਹੀ। ਕੌਫੀ ਪਾਊਡਰ ਕੌਫੀ ਦੇ ਬੀਜ ਨੂੰ ਸੁਕਾਉਣ ਅਤੇ ਫਰਮੈਂਟੇਸ਼ਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਵੀ ਆ ਜਾਏਗਾ ਸਹੀ। ਡੀਜ਼ਲ ਦੇ ਮੁਕਾਬਲੇ CNG ਘੱਟ ਪ੍ਰਦੂਸ਼ਣ ਪੈਦਾ ਕਰਦਾ ਹੈ। ਇਹਦਾ ਵੀ ਆ ਜਾਏਗਾ ਸਹੀ। ਇਹਨਾਂ 16 ਤੋਂ 20 ਤੱਕ ਸਾਰੇ ਹੀ ਸਹੀ ਹਨ। ਔਰ ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ। ਹਾਂਜੀ, ਦੂਜਾ ਕੁਐਸਚਨ ਹੈ ਸਰੋਤ ਸੀਮਾ ਕੀ ਹੈ? ਉਹ ਵਸਤੂ ਜਿਹੜੇ ਅਸੀਂ ਸਜੀਵ ਅਤੇ ਨਿਰਜੀਵ ਵਾਤਾਵਰਨ ਤੋਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਯੋਗ ਕਰਦੇ ਹਨ, ਉਹਨਾਂ ਸਾਡੇ ਸਧਾਰਨ ਹਨ ਸਾਧਨਾਂ ਦੀ ਸੀਮਾ ਤੋਂ ਭਾਵ ਹੈ ਕਿ ਉਹਨਾਂ ਕੁਦਰਤੀ ਸਾਧਨਾਂ ਦੀ ਵੀ ਕੋਈ ਹੱਦ ਹੈ ਅਤੇ ਸਾਨੂੰ ਉਹਨਾਂ ਸਾਧਨਾਂ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਜਿਨ੍ਹਾਂ ਸਾਧਨਾਂ ਦੀ ਮਾਤਰਾ ਨੂੰ ਮਾਪਿਆ ਜਾ ਸਕੇ ਉਹਨਾਂ ਨੂੰ ਸਾਧਨ ਕਹਿੰਦੇ ਹਨ। ਤਾਜ਼ੀ ਹਵਾ, ਤਾਜ਼ੀ ਪਾਣੀ ਅਤੇ ਉਪਜਾਊ ਭੂਮੀ ਸਿੱਧੇ ਤੌਰ 'ਤੇ ਵਰਤੇ ਜਾਣ ਵਾਲੇ ਕੁਝ ਸਾਧਨ ਹਨ। ਪੌਦੇ ਅਤੇ ਪ੍ਰਾਣੀ ਜੀਵਾਂ ਦੇ ਜੈਵਿਕ ਵਿਭਿੰਨਤਾ ਪੈਦਾ ਕੀਤੀ ਜਾਂਦੀ ਹੈ। ਜੰਗਲਾਂ ਦੀ ਵੱਧਦੀ ਹੋਈ ਕਟਾਈ ਕਈ ਜੰਗਲਾਂ ਫਸਲਾਂ ਲਈ ਵੱਡਾ ਖਤਰਾ ਹੈ। ਪੌਦਿਆਂ ਪ੍ਰਣਾਲੀਆਂ ਦੀਆਂ ਜਾਤੀਆਂ ਦਾ ਅਲੋਪ ਹੋਣ ਦਾ ਕਾਰਨ ਹਨ। ਨਿਵਾਸ ਸਥਾਨ ਦੀ ਮੌਜੂਦ ਪ੍ਰਣਾਲੀ ਵਿੱਚ ਵਿਸ਼ੇਸ਼ ਜਾਤੀਆਂ ਦਾ ਦਾਖਲਾ, ਸ਼ਿਕਾਰ ਕਰਨ ਵਾਲੇ ਜੰਤੂਆਂ ਤੇ ਮਨੁੱਖ ਸੰਯੰਤਰ ਅਤੇ ਪ੍ਰਦੂਸ਼ਣ। ਤੀਜਾ ਕੁਐਸਚਨ ਹੈ ਵਾਤਾਵਰਨ ਪ੍ਰਬੰਧ ਕਿਉਂ ਜ਼ਰੂਰੀ ਹਨ? ਇਹ ਵੀ ਦਿਨੇ ਕਰਵਾ ਦੋਸਤੋ ਕੁਐਸਚਨ। ਵਾਤਾਵਰਨ ਪ੍ਰਬੰਧ ਨਾਲ ਸੰਬੰਧ ਜ਼ਰੂਰਤਾਂ ਦੇ ਕਾਰਨ ਉਦਯੋਗਿਕ ਕ੍ਰਾਂਤੀ ਦੇ ਵੱਡੇ ਪ੍ਰਭਾਵ ਲਿਆਉਂਦੇ ਹਨ। ਪਹਿਲਾਂ ਲਾਗੂ ਉਦਯੋਗ ਸਨ, ਪਰ ਮਸ਼ੀਨਾਂ ਨਾਲ ਵੱਡੇ ਪੱਧਰ ਦਾ ਸਮਾਨ ਬਣਨ ਲੱਗ ਪਿਆ। ਇਸ ਨਾਲ ਉਦਯੋਗਿਕ ਸਮਾਜ ਦਾ ਵਿਕਾਸ ਹੋਇਆ, ਜਿਸ ਵਿੱਚ ਵਿਭਿੰਨ ਤਰ੍ਹਾਂ ਦੀਆਂ ਵਸਤੂਆਂ ਨੂੰ ਬਣਾਉਣ ਲਈ ਵੱਧ ਤੋਂ ਵੱਧ ਊਰਜਾ ਸਾਧਨਾਂ ਦੀ ਲੋੜ ਅਤੇ ਘੱਟ ਤੋਂ ਘੱਟ ਮਜ਼ਦੂਰੀ ਦੀ ਵਰਤੋਂ ਕੀਤੀ ਜਾਂਦੀ ਹੈ। ਫਾਰਮਾਂ ਤੇ ਮਸ਼ੀਨਾਂ ਦੇ ਉਪਯੋਗ ਨਾਲ ਬਹੁਤ ਸਾਰੇ ਪੇਂਡੂ ਸ਼ਹਿਰ ਜਾਣ ਲੱਗੇ। ਇਸੇ ਖੇਤੀਬਾੜੀ ਉਦਯੋਗਿਕ ਸਮਾਜ ਵੱਲ ਨੂੰ ਤਬਦੀਲੀ ਮਨੁੱਖ ਦੀ ਵਾਤਾਵਰਨ ਨਾਲ ਪ੍ਰਭਾਵਿਤ ਅੰਤਰ-ਕਿਰਿਆ ਹੈ। ਵਾਤਾਵਰਨ ਪ੍ਰਬੰਧ ਸਿੱਖਿਆਵਾਂ ਜਿਵੇਂ ਹਵਾ ਪ੍ਰਦੂਸ਼ਣ, ਪਾਣੀ ਤੋਂ ਪੋਹ, ਜੰਗਲਾਂ ਤੇ ਜੰਗਲੀ ਜੀਵ ਅਤੇ ਉਦਯੋਗਿਕ ਦਾ ਵਾਤਾਵਰਨ ਦੀ ਵੱਧਦੀ ਮੰਗ ਕਾਰਨ ਹੈ। ਉਦਯੋਗਿਕ ਸਮਾਜ ਵਿੱਚ ਜਿਸ ਕੋਲ ਅਧੀਨ ਹੈ ਦੇ ਮੈਂਬਰ ਹੋਣ ਦਾ ਨਾਤੇ ਅਸੀਂ ਖਤਰੇ ਅਤੇ ਉਤਪਾਦਨ ਵਿੱਚ ਵਾਧਾ, ਗੈਰ ਸੰਸ਼ੋਧਿਤ ਪਦਾਰਥਾਂ ਅਤੇ ਸਾਧਨਾਂ ਦੇ ਵੱਧ ਤੋਂ ਵੱਧ ਉਪਯੋਗ ਕਰ ਰਹੇ ਹਾਂ। ਹਾਂਜੀ, ਚੌਥਾ ਕੁਐਸਚਨ ਹੈ ਸ਼ਹਿਰੀਕਰਨ ਕੀ ਹੈ? ਹਾਂਜੀ, ਇਲਾਕਿਆਂ ਤੋਂ ਸ਼ਹਿਰਾਂ ਵੱਲ ਕਰਕੇ ਆਉਣ ਵਾਲੇ ਲੋਕਾਂ ਦੇ ਕਾਰਨ ਸ਼ਹਿਰ ਨੂੰ ਸ਼ਹਿਰੀਕਰਨ ਆਖਦੇ ਹਨ। ਸ਼ਹਿਰੀਕਰਨ ਦੇ ਵਾਧੇ ਕਾਰਨ ਟ੍ਰੈਫਿਕ ਵਿੱਚ ਵੀ ਵਾਧਾ ਹੋ ਜਾਂਦਾ ਹੈ। ਸ਼ਹਿਰੀਕਰਨ ਤੇਜ਼ੀ ਨਾਲ ਹੁੰਦੇ ਆਰਥਿਕ ਵਿਕਾਸ ਅਤੇ ਉਦਯੋਗੀਕਰਨ ਦਾ ਦਰਸਾਉਂਦਾ ਹੀ ਹੈ, ਪਰ ਇਸ ਦੇ ਫਲਸਰੂਪ ਊਰਜਾ ਦੀ ਖਪਤ ਦੀ ਪੱਧਰ ਤੇ ਉਤਸਰਜਨਾਂ ਵਿੱਚ ਵੀ ਵਾਧਾ ਹੋ ਜਾਂਦਾ ਹੈ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਸ਼ਹਿਰੀਕਰਨ ਦੀ ਗਤੀ ਕਾਫ਼ੀ ਢਿੱਲੀ ਅਤੇ ਲੋਕਾਂ ਦੀ ਜ਼ਿਆਦਾਤਰ ਵਸੋਂ ਪਿੰਡਾਂ ਵਿੱਚ ਹੀ ਰਹਿਣਾ ਪਸੰਦ ਕਰਦੀ ਹੈ। ਮਿਸ਼ਰਣ
ਫਸਲੀ ਕੀ ਹੈ? ਇੱਕ ਖੇਤ ਵਿੱਚ ਦੋ ਜਾਂ ਦੋ ਤੋਂ ਵੱਧ ਫਸਲਾਂ ਲਾਉਣ ਦੀ ਵਿਧੀ ਨੂੰ ਮਿਸ਼ਰਣ ਜਾਂ ਬਹੁ ਫਸਲੀ ਕਹਿੰਦੇ ਹਨ। ਠੋਸ ਰਹਿੰਦਾ ਖੂੰਹਦ ਦਾ ਕੀ ਅਰਥ ਹੈ? ਹਾਂਜੀ, ਜਿਹੜੇ ਪਦਾਰਥਾਂ ਦਾ ਨਾ ਤਾਂ ਗੈਰੀਸੀ ਹੋਣ ਅਤੇ ਨਾ ਹੀ ਤਰਲੀ ਹੀ ਹੋਣ, ਅਜਿਹੀਆਂ ਪਦਾਰਥਾਂ ਨੂੰ ਠੋਸ ਪਦਾਰਥ ਆਖਦੇ ਹਨ, ਜਿਵੇਂ ਕਿ ਟੁੱਟੀਆਂ ਹੋਈਆਂ ਬੋਤਲਾਂ, ਪਲਾਸਟਿਕ ਦੀ ਟੁੱਟ ਭੱਜ ਆਦਿ। ਹਾਂਜੀ, 7ਵਾਂ ਕੁਐਸਚਨ, ਜੈਵਿਕ ਵਿਭਿੰਨਤਾ ਦੇ ਨੁਕਸਾਨ ਦੇ ਕੀ ਕਾਰਨ ਹਨ, ਸਮਝਾਓ। ਜਾਂ ਫਿਰ ਵਾਤਾਵਰਨ ਅਤੇ ਵਿਕਾਸ ਵਿਚਕਾਰ ਕੀ ਸੰਬੰਧ ਹੈ? ਇਹਨਾਂ ਦਾ ਮੈਂ ਚੈੱਕ ਕਰਨਾ ਹੈ, ਇਹ ਵੀ ਦਿਨ ਕੁਐਸਚਨ ਕਰਵਾ। ਹਾਂਜੀ ਦੋਸਤੋ, ਨਿਵਾਸ ਸਥਾਨ ਦੀ ਹਾਨੀ ਅਤੇ ਵਿਘਟਨ, ਖੇਤੀਬਾੜੀ ਗਤੀਵਿਧੀਆਂ, ਉਪਨਗਰਾਂ ਦੀ ਸਥਾਪਨਾ ਅਤੇ ਉਦਯੋਗਾਂ ਦੀ ਸਥਾਪਨਾ ਆਦਿ ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਮੁੱਖ ਕਾਰਨ ਹਨ। ਨਿਵਾਸ ਸਥਾਨਾਂ ਦੀ ਬਰਬਾਦੀ ਦਾ ਮੁੱਖ ਕਾਰਨ ਜਨਸੰਖਿਆ ਵਿੱਚ ਹੋਣ ਵਾਲਾ ਵਾਧਾ ਜ਼ਿੰਮੇਵਾਰ ਹੈ। ਉਦਾਹਰਨ ਵਜੋਂ, ਖੇਤੀ ਕਰਨ ਦੇ ਵਾਤਾਵਰਣਾਂ ਨੂੰ ਘਾਹ ਦੇ ਮੈਦਾਨ ਵਿੱਚ ਕਰਨ ਦੇ ਉਦੇਸ਼ ਨਾਲ ਇਹਨਾਂ ਜੰਗਲਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਪਖੰਡ ਹੋਣਾ, ਵੱਡੇ ਆਕਾਰ ਵਾਲੇ ਨਿਵਾਸ ਸਥਾਨ ਨੂੰ ਛੋਟੇ ਹਿੱਸਿਆਂ ਵਿੱਚ ਵੰਡਣ ਨੂੰ ਪਖੰਡ ਹੋਣਾ ਜਾਂ ਪਤਨ ਆਖਦੇ ਹਨ। ਇਸ ਪਖੰਡ ਹੋਣ ਦੇ ਮੁੱਖ ਕਾਰਨ ਨਹਿਰਾਂ ਤੇ ਸੜਕਾਂ ਦਾ ਉਸਾਰੀ ਉਪਯੋਗ ਦੀ ਸਥਾਪਨਾ, ਰੇਲਵੇ ਲਾਈਨਾਂ ਅਤੇ ਡੈਮਾਂ ਆਦਿ ਦਾ ਨਿਰਮਾਣ ਆਦਿ ਨੂੰ ਨਿਵਾਸ ਸਥਾਨਾਂ ਦੇ ਛੋਟੇ ਪਖੰਡਾਂ ਵਿੱਚ ਵੰਡਣ ਦੇ ਸਿੱਟੇ ਵਜੋਂ ਸ਼ਾਮਲ ਖੇਤਰਫਲ ਵਿੱਚ ਰਹਿਣ ਵਾਲੇ ਜਾਨਵਰਾਂ ਉੱਪਰ ਮਾੜੇ ਅਸਰ ਪੈਂਦੇ ਹਨ। ਲੋੜ ਤੋਂ ਵੱਧ ਵਰਤੇ ਮਨੁੱਖ ਆਪਣੀਆਂ ਭੋਜਨ ਅਤੇ ਨਿਵਾਸ ਸੰਬੰਧੀ ਲੋੜਾਂ ਲਈ ਹਮੇਸ਼ਾ ਤੋਂ ਹੀ ਕੁਦਰਤ ਤੇ ਨਿਰਭਰ ਰਿਹਾ ਹੈ, ਪਰੰਤੂ ਬਹੁਤ ਜ਼ਿਆਦਾ ਵਧੀ ਹੋਈ ਜਨਸੰਖਿਆ ਦੇ ਕਾਰਨ ਮਨੁੱਖ ਦੀ ਜ਼ਰੂਰਤਾਂ ਵਿੱਚ ਤਬਦੀਲੀ ਆਈ ਹੈ। ਕੁਦਰਤੀ ਸਰੋਤਾਂ ਦੀ ਲੋੜਾਂ ਤੋਂ ਵੱਧ ਵਰਤੀ ਹੋਈ, ਉਦਾਹਰਨ ਵਜੋਂ ਲੋੜ ਦੇ ਵੱਧ ਸ਼ਿਕਾਰ ਕਰਨ, ਜ਼ੈਬਰਾ, ਅਫਰੀਕਾ, ਤਾਸਮੇਨੀਆ ਦਾ ਪੈਂਟ, ਆਸਟ੍ਰੇਲੀਆ ਉਪਲਬਧ ਹੋ ਗਏ ਹਨ। ਹਾਂਜੀ, ਪ੍ਰਦੂਸ਼ਣ ਵਾਤਾਵਰਨ ਪ੍ਰਦੂਸ਼ਣ ਦੇ ਸਿੱਟੇ ਵਜੋਂ ਬਹੁਤ ਸਾਰੇ ਜੈਵਿਕ ਜੰਤੂ ਅਲੋਪ ਰਹੇ ਹਨ। ਪ੍ਰਦੂਸ਼ਣ ਦਾ ਮੁੱਖ ਕਾਰਨ ਹਨ ਹਾਨੀਕਾਰਕ ਦੀ ਵਰਤੋਂ, ਉਦਯੋਗ ਤੋਂ ਨਿਵਾਸ ਹੋ ਰਹੇ ਪਦਾਰਥਾਂ ਵਿਕਰਨਾਂ ਦਾ ਕਾਫੀ ਮਾਤਰਾ ਨੁਕਸਾਨ ਅਤੇ ਸਮੁੰਦਰ ਦੇ ਪਾਣੀ ਵਿੱਚ ਤੇਲ ਦਾ ਰਸਾਇਣ ਆਦਿ। ਉਦਾਹਰਨ ਵਜੋਂ ਬਾਜ਼ ਵਰਗੇ ਪੰਛੀ ਤੋਂ ਪ੍ਰਭਾਵਿਤ ਮੱਛੀਆਂ ਦੇ ਖਾਣ ਦੇ ਸਿੱਟੇ ਵਜੋਂ ਇਹਨਾਂ ਮੱਛੀਆਂ ਦੀ ਸੰਖਿਆ ਵਿੱਚ ਕਮੀ ਆ ਗਈ। ਦੋਸਤੋ, ਤੁਹਾਨੂੰ 7ਵਾਂ ਕੁਐਸਚਨ ਦਿੱਤਾ ਕਰਵਾ, ਤੁਹਾਨੂੰ 8ਵਾਂ ਕਰਵਾ ਦਿੰਦੇ। ਚਪਲੋਕ ਅੰਤਰਾਲ ਬਾਰੇ ਸੰਖੇਪ ਜਾਣਕਾਰੀ ਦਿਓ ਜਾਂ ਟਿਕਾਊ ਵਿਕਾਸ ਲਈ ਕੁਝ ਢੁਕਵਾਂ ਤਕਨੀਕਾਂ ਦਾ ਜ਼ਿਕਰ ਕਰੋ। ਇਸ ਅੰਦੋਲਨ ਦੀ ਸ਼ੁਰੂਆਤ ਘਾਟੀ ਗੜ੍ਹਵਾਲ ਅਤੇ ਗ੍ਰਾਮੀਣ ਵਾਸੀਆਂ ਅਤੇ ਸਰਕਾਰਾਂ ਵਿਚਕਾਰ ਕਾਰਨ ਸ਼ੁਰੂ ਹੋਈ। ਇਸ ਸੰਘਰਸ਼ਾਂ ਦਾ ਕਾਰਨ ਵਣਭਾਗੀ ਵੱਲੋਂ ਵਾਸੀਆਂ ਨੂੰ ਦਰੱਖਤਾਂ ਦੀ ਕਟਾਈ ਕਰਨ ਦੀ ਆਗਿਆ ਨਾ ਦੇਣ ਅਤੇ ਉਨ੍ਹਾਂ ਹੀ ਦੀ ਕਟਾਈ ਕਰਨ ਦੀ ਆਗਿਆ ਕਿਸੇ ਵਪਾਰਕ ਅੰਦਰ ਨੂੰ ਦੇਣੀ ਸੀ। ਵਣਭਾਗੀ ਵੱਲੋਂ ਲੋਕਾਂ ਨੂੰ ਆਗਿਆ ਨਾ ਦੇਣ ਤੇ ਪ੍ਰਦਰਸ਼ਨ ਭੱਟ ਨੇ, ਜਿਹੜਾ ਕਿ ਸਰਗਰਮ ਵਰਗ ਸੀ, ਨੇ ਰੁੱਖਾਂ ਲਈ ਆਖਿਆ। ਸੰਨ 1974 ਵਿੱਚ
ਹਾਮੀ ਪਿੰਡ ਵਿੱਚ ਰੁੱਖ ਵੱਢਣ ਦੀ ਕੋਸ਼ਿਸ਼ ਕਰਦੇ ਠੇਕੇਦਾਰ ਨੂੰ ਪਿੰਡ ਦੀਆਂ ਔਰਤਾਂ ਨੇ ਕਰ ਦਿੱਤਾ, ਕਿਉਂਕਿ ਉਸ ਵਕਤ ਪਿੰਡ ਦੇ ਮਰਦ ਬਾਹਰ ਗਏ ਹੋਏ ਸਨ ਜਾਂ ਉਹ ਕੰਮ ਕਾਜ ਵਿੱਚ ਰੁੱਝੇ ਹੋਏ ਸਨ। ਇਹਨਾਂ ਦੋਨਾਂ ਚੀਜ਼ ਦੋਨੋਂ ਇੱਕ ਦਿੱਤਾ। ਕਰਵਾ 9ਵਾਂ ਕੁਐਸਚਨ, ਮਿੱਟੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈ ਅਤੇ ਮਿੱਟੀ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਹੈ, ਜਾਂ ਫਿਰ ਧਰਤੀ ਦੇ ਸਰੋਤ ਤੇ ਵੱਧਦੀ ਆਬਾਦੀ ਦਾ ਕੀ ਪ੍ਰਭਾਵ ਹੈ, ਸਮਝਾਓ। ਮਿੱਟੀ ਪ੍ਰਦੂਸ਼ਣ ਦੇ ਦੋ ਪ੍ਰਭਾਵ ਬਾਰੇ ਦੇਖੋ। ਮਿੱਟੀ ਪ੍ਰਦੂਸ਼ਣ ਦੇ ਦੋ ਮਾੜੇ ਪ੍ਰਭਾਵ। ਮਿੱਟੀ ਵਿੱਚ ਮੌਜੂਦ ਜੀਵਾਂ ਦੀ ਹਾਨੀ। ਜਲ ਮਲ ਦੀ ਵਰਤੋਂ ਮੌਜੂਦੀ ਕਾਰਨ ਮਨੁੱਖ ਨੂੰ ਕਈ ਰੋਗ ਲੱਭ ਸਕਦੇ ਹਨ। ਜੀਵੀ ਨਿਕਾਸ਼ਾਂ ਅਤੇ ਨਿਕਾਸ਼ ਦੀ ਅਧੀਨ ਵਰਤੋਂ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਮਿੱਟੀ ਦੇ ਹੋਣ ਨਾਲ ਪੌਦੇ ਫਸਲਾਂ ਨੂੰ ਰੋਗ ਲੱਗ ਸਕਦਾ ਹੈ। ਦੋਸਤੋ, ਇਹ ਸੀ ਜਮਾਤ 12ਵੀਂ ਵਾਲਿਆਂ ਦੇ ਲਈ EVS ਦਾ ਪੇਪਰ, ਜੋ ਕਿ ਪੂਰਾ ਦਿੱਤਾ ਕਰਵਾ। ਔਰ ਕਿਸੇ ਨੂੰ ਵੀ ਪੇਪਰ ਕਿਸੇ ਕਲਾਸ ਦਾ ਵੀ ਚਾਹੀਦਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਔਰ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ।